नहीं ਤੁਹਾਡੇ ਕਹਿਣ ਦਾ ਮਕਸਦ ਹੈ ਕਿ ਸਿਰਫ ਇੱਕ ਆਮ ਡਾਇਲਾਗ ਜਾਂ ਗੱਲ ਨਹੀਂ ਹੈ ਕਿ ਘੋੜੇ ਰੱਖਣਾ ਬਰਕਤ ਪੈਂਦੀ ਹੈ ਤੁਸੀਂ ਪ੍ਰੈਕਟੀਕਲੀ ਆਪਣੀ ਜ਼ਿੰਦਗੀ 'ਚ ਆਪਣੀ ਫੈਮਿਲੀ 'ਚ ਚੀਜ਼ ਮਹਿਸੂਸ ਹੁਣ ਤਾਂ ਅਲਹਮਦੁਲਿਲਾ ਸਾਡੇ ਬੇਲਟ ਦੇ ਜਿਹੜੇ 7-8 ਜ਼ਿਲ੍ਹੇ ਨੇ ਇੱਥੋਂ ਦੇ ਆਮ ਤਮਾਸ਼ਾਈ ਵੀ ਜੱਜ ਬਣ ਸਕਦੇ ਨੇ ਜਿੱਥੇ ਬਹਿ ਜਾਣ ਉਹ ਜਾਣਦੇ ਨੇ कि कानूनी हैसियत दी की है स्क्रैच हो सकता है। अस्सलाम वालेकुम नाजरीन, वीडियो के नीचे सुर्ख बटन दबाकर चैनल सब्सक्राइब करें ताकि हमारी न्यू वीडियोस आप डायरेक्ट देख सकें। कि ये गेम इनू सुन्नत मुहम्मदी समझ के किया जाए और इस गेम नो एज ए स्पोर्ट्समैन किया जाए। अस्सलाम वालेकुम जी वालेकुम अस्सलाम जी। ਤੇ ਤੁਸੀਂ ਨਾ ਥੋੜਾ ਜਿਹਾ ਆਪਣੀ ਜਿਹੜੀ ਤੁਹਾਡੀ ਨੇਜ਼ਾਬਾਜ਼ੀ ਦੇ ਹਵਾਲੇ ਨਾਲ ਜਿਹੜੀ ਲਾਈਫ ਹਿਸਟਰੀ ਹੈ ਅੱਜ ਤੱਕ ਮੁਖਤਸਰ ਜੀ ਜ਼ਰਾ ਦੱਸ ਦਿਓ ਵੇਖਣ ਵਾਲਾ ਨਵੀਂ ਪਬਲਿਕ ਨੂੰ। ਮੈਂ ਜਨਾਬ 1971 ਦੇ ਵਿੱਚ ਵਾਰ ਸਾਡੀ ਆਈ ਉਸ ਵੇਲੇ ਮੈਂ ਨੇਜ਼ਾਬਾਜ਼ੀ ਸ਼ੁਰੂ ਕੀਤੀ। ਚਿੱਟੀ ਜੀ ਘੋੜੀ ਮੈਂ ਦੌੜਾਉਂਦਾ ਇਸ ਰੋਡ ਤੇ ਪਾਸ ਤੇ ਸਾਡਾ ਇੱਕ ਖੁਦਾ ਬਖਸ਼ ਗਿੱਲ ਸਾਡੇ ਨਾਲ ਇੱਥੇ ਕਸ਼ਤਕਾਰੀ ਕਰਦੇ ਹਨ। ਉਹਨਾਂ ਵਾਲਦ ਸਾਹਿਬ ਨੂੰ ਆਖਿਆ ਸੀ ਵੀ ਇਹ ਚਿੱਟੀ ਘੋੜੀ ਬਾਹਰ ਦੌੜਾਉਂਦਾ ਹੈ ਤੇ ਜਹਾਜ਼ ਵਾਲਿਆਂ ਬੰਬ ਲਗਾ ਛੱਡਣਾ। ਉਸ ਵੇਲੇ ਚਿੱਟੀ ਦਾਨ ਚਿੱਟੀ ਕੋਈ ਵੀ ਸ਼ਾਇਦ ਉਹਨੂੰ ਬਾਹਰ ਨਾ ਬਣਦਾ ਕੈਮੋਫਲਾਜ ਗੱਡੀਆਂ ਵੀ ਕੀਤੀਆਂ ਹੁੰਦੀਆਂ ਸਨ। ਉਸ ਵੇਲੇ ਮੈਂ ਸ਼ੁਰੂ ਕੀਤੀ ਹੈ ਬਕਾਇਦਾ ਨੇਜ਼ਾਬਾਜ਼ੀ ਮੈਂ ਜਸ਼ਨ ਐਬਟਾਬਾਦ ਚ 1972 ਵਿੱਚ ਕੀਤੀ ਹੈ। 72 ਲੈ ਕੇ ਅੱਜ ਤੱਕ ਅਲਹਮਦੁਲਿਲਾ ਰੱਬਿਲ ਆਲਮੀਨ ਮੈਂ ਕੋਈ ਉਹ ਸਾਲ ਨਹੀਂ ਜਿਹਦੇ ਵਿੱਚ ਮੈਂ ਨੇਜ਼ਾਬਾਜ਼ੀ ਨਹੀਂ ਕੀਤੀ। ਇੱਥੇ ਇੰਗਲੈਂਡ ਕੈਨੇਡਾ ਅਮਰੀਕਾ ਸਾਊਥ ਅਫਰੀਕਾ ਵਾ ਦੀਗਰ ਮੁਮਾਲਕ ਜਿਹੜੇ ਉੱਥੇ ਵੀ ਔਰ ਮੈਂ ਇਸ ਨੇਜ਼ਾਬਾਜ਼ੀ ਦੇ ਵਿੱਚੋਂ ਅਲਹਮਦੁਲਿਲਾ ਉਹ ਕੁਝ ਪਾਇਆ ਜਿਸ ਦੇ ਮੈਂ ਕਾਬਲ ਨਹੀਂ ਆਪਣੇ ਆਪ ਨੂੰ ਸਮਝਦਾ। ਮੈਂ ਕੋਈ ਇਤਨਾ ਐਜੂਕੇਟਿਡ ਨਹੀਂ, ਮੈਂ ਕੋਈ ਐਡਾ ਵੱਡਾ ਅਮੀਰ ਆਦਮੀ ਨਹੀਂ, ਐਡਾ ਵੱਡਾ ਕੋਈ ਮੈਂ ਫਾਰਮਰ ਨਹੀਂ। ਇੱਕ ਛੋਟਾ ਜਿਹਾ ਮੇਰੇ ਵਾਲਦ ਸਾਹਿਬ 5 ਮੁਰੱਬੇ ਦੇ ਮਾਲਕ ਹਨ। ਉਸ ਲਿਹਾਜ਼ ਨਾਲ 1 ਮੁਰੱਬਾ ਜ਼ਮੀਨ ਮੇਰੇ ਸਿੱਧੀ ਹੁੰਦੀ ਹੈ ਲੇਕਿਨ ਸ਼ੌਕ ਮੇਰਾ ਇਤਨਾ ਵੱਡਾ ਹੈ ਕਿ ਅਗਰ ਮੇਰੇ 60 ਮੁਰੱਬੇ ਵੀ ਹੁੰਦੇ ਤਾਂ ਉਹ ਅਫੋਰਡ ਨਾ ਹੁੰਦੇ। ਲੇਕਿਨ ਇਹਨਾਂ ਘੋੜਿਆਂ ਦੇ ਸਦਕੇ ਨਾਲ ਤੇ ਬੰਦਿਆਂ ਦੀਆਂ ਦੁਆਵਾਂ ਸਦਕੇ ਨਾਲ ਅਲਹਮਦੁਲਿਲਾ ਮੇਰਾ ਰੋਜ਼ਗਾਰ ਵੀ ਮੇਰਾ ਚੱਲਦਾ ਪਿਆ ਔਰ ਮੈਂ ਇਹਨੂੰ ਅਫੋਰਡ ਵੀ ਕਰਦਾ। ਤੁਹਾਡੇ ਕਹਿਣ ਦਾ ਮਕਸਦ ਹੈ ਕਿ ਸਿਰਫ ਇੱਕ ਆਮ ਡਾਇਲਾਗ ਜਾਂ ਗੱਲ ਨਹੀਂ ਹੈ ਕਿ ਘੋੜੇ ਰੱਖਣਾ ਬਰਕਤ ਪੈਂਦੀ ਹੈ ਤੁਸੀਂ ਪ੍ਰੈਕਟੀਕਲੀ ਆਪਣੀ ਜ਼ਿੰਦਗੀ 'ਚ ਆਪਣੀ ਫੈਮਿਲੀ 'ਚ ਚੀਜ਼ ਮਹਿਸੂਸ ਕੀਤੀ ਹੈ। ਜ਼ਫਰ ਸਾਹਿਬ ਮੈਂ ਜਿਸ ਨੇਜ਼ਾਬਾਜ਼ੀ ਸ਼ੁਰੂ ਕਰਦਾ ਤੇ ਮੇਰੇ ਬਿਰਾਦਰੀ ਦੇ ਬੰਦੇ ਆਣ ਉਹ ਆਉਂਦੇ ਆਣ ਵੀ ਇਸ ਆਪਣਾ ਮੁਰੱਬਾ ਜ਼ਮੀਨ ਦਾ ਵੇਚ ਕੇ ਖਾ ਛੱਡਣਾ ਹੈ और कल इस किसी का ड्राइवर बनना है और अल्हम्दुलिल्लाह आज मेरी प्रॉपर्टी बैरिया टाउन तक है और ये वसीला है खुदा दा मेरे वालदैन दी दुआवां दा और इन्हां घोड़ियां दी खिदमत दा सिला मिला। ਤੁਸੀਂ ਸਾਊਥ ਅਫਰੀਕਾ ਵੀ ਗਏ ਹੋ, ਆਸਟ੍ਰੇਲੀਆ ਵੀ ਗਏ ਹੋ, ਇੰਡੀਆ ਵੀ ਗਏ ਹੋ ਤੇ ਉੱਥੇ ਦਾ ਮੁਕਤਸਰ ਜਿਹਾ ਤੁਸੀਂ ਦੱਸ ਦਿਓ ਉੱਥੇ ਜੀ ਮੈਂ ਨਾਮ ਹਾਸਲ ਕੀਤੇ ਕੀ ਤੁਹਾਡੀ ਜੀ ਮੈਂ ਕਾਰਗਰਦੀ ਰਹੀ ਉੱਥੇ ਔਰ ਨਾਲ ਖਾਸ ਤੌਰ ਤੇ ਅੱਲਾਹ ਤਾਲਾ ਜੰਨਤ ਫਿਰਦੌਸ ਜਗ੍ਹਾ ਤਾ ਫਰਮਾਏ ਨਵਾਬ ਅਤਾ ਖਾਨ ਸਾਹਿਬ ਨੂੰ ਸਾਡੀ ਪਹਿਲੀ ਮੁਲਾਕਾਤ ਜੀ ਇਸ ਹਵਾਲੇ ਨਾਲ ਉਹਨਾਂ ਨਾਲ ਹੀ ਸੀ। ਉਹਨੇ ਹੌਸਲਾ ਦਿੱਤਾ ਤੇ ਅਸੀਂ ਸਮਝਦੇ ਹਾਂ ਕਿ ਤੁਹਾਡੀ ਜ਼ਬਾਨੀ ਉਹਦਾ ਜ਼ਿਕਰ ਬੜਾ ਜ਼ਰੂਰੀ ਹੈ। ਸਰ ਮੈਂ 1989 ਦੇ ਵਿੱਚ ਪਾਕਿਸਤਾਨ ਨੈਸ਼ਨਲ ਟੀਮ ਸਿਲੈਕਟ ਹੋਇਆ। 87 ਸਾਲ ਬਾਅਦ ਵਰਲਡ ਕੱਪ ਹੋਇਆ। 1902 ਵਿੱਚ ਵਰਲਡ ਕੱਪ ਹੋਇਆ। ਉਸ ਤੋਂ ਬਾਅਦ 1989 ਚ ਹੋਇਆ ਯਾਨੀ 87 ਸਾਲ ਤੋਂ ਬਾਅਦ ਵਰਲਡ ਕੱਪ ਹੋਇਆ। ਉਹਦੇ 'ਚ ਜਨਾਬ ਨਵਾਬ ਮਲਕ ਅਤਾ ਮੁਹੰਮਦ ਅੱਲਾਹ ਪਾਕ ਉਹਨਾਂ ਨੂੰ ਜੰਨਤ ਨਸੀਬ ਕਰਿਆ। ਖੁਦਾ ਉਹਨਾਂ ਨੂੰ ਆਸਾਨੀਆਂ ਫਰਮਾਇਆ। ਇੱਕ ਸਾਡਾ ਰੋਲ ਮਾਡਲ ਆਣ ਉਹਨਾਂ ਦੀ ਕਿਆਦਤ ਵਿੱਚ ਸਾਡੀ ਟੀਮ ਗਈ ਹੈ ਇੰਡੀਆ। ਅਸੀਂ ਜਾ ਕੇ ਉੱਥੇ ਜਿੱਤੇ ਹਾਂ ਔਰ ਉਸ ਤੋਂ ਬਾਅਦ ਅਸੀਂ ਜਨਾਬ ਇੰਗਲੈਂਡ ਚਲੇ ਗਏ ਹਾਂ। ਉਸ ਤੋਂ ਬਾਅਦ ਫਿਰ ਸਾਊਥ ਅਫਰੀਕਾ ਗਏ ਹਾਂ। ਉਸ ਤੋਂ ਬਾਅਦ ਅਸੀਂ ਕੈਨੇਡਾ ਨੇਜ਼ਾਬਾਜ਼ੀ ਕੀਤੀ ਉੱਥੇ ਟੀਮ ਬਣਾਈ ਹੈ ਕੈਨੇਡੀਅਨ। ਉਸ ਤੋਂ ਬਾਅਦ ਅਸੀਂ ਤੁਲਸਾ ਇੱਕ ਸਿਟੀ ਹੈ ਓਕਲਾਹੋਮਾ ਦੇ ਨਾਲ ਉੱਥੇ ਸਾਡਾ ਕੰਪੀਟੀਸ਼ਨ ਹੋਇਆ ਲਾਸਟ ਈਅਰ ਉੱਥੇ ਨੇਜ਼ਾਬਾਜ਼ੀ ਕੀਤੀ ਹੈ। ਆਸਟ੍ਰੇਲੀਆ ਮੈਂ ਨਹੀਂ ਗਿਆ ਬਾਕੀ ਸਾਡੀ ਪਾਕਿਸਤਾਨ ਟੀਮ ਗਈ ਉਸ ਮੈਂ ਇੰਗਲੈਂਡ ਆਸ ਔਰ ਮਲਕ ਸਾਹਿਬ ਇੱਕ ਐਸੀ ਸ਼ਖਸੀਅਤ ਆਣ खुदा इहो जाए भरा इहो जाए मोहसन इहो जाए टीम कैप्टन सारा नसीब करे कि उन्हों की क्यादत में नेज़ाबाजी नूं बहुत वड्डी बूस मिलिया और इस वक्त दुनिया के उत्ते नेज़ाबाजी मुतरादफ करने में मलक साहब का एक बहुत बड़ा हिस्सा है। और मलक साहब आप बहुत ही अच्छे सवार आन स्टाइलिश सवार आन और फैमिली सारी जी स्पोर्ट्स का शौक रखती गई। मलक साहब ने नेज़ाबाजी की खिदमत बहुत ज़्यादा की है जिसे सारे सवार ममनून हाँ बल्कि सारा पाकिस्तान ममनून है। मलक साहब की मौत जी है वो कोट फतेह खान तक नहीं बल्कि पाकिस्तान सारे बंदे एक दूसरे को फतेह आखी आपे में जाके और उन्होंने भतीजे मलक रसलान साहब अल्लाह पाक उम्र दराज करे वो साढ़े नाल राबते में ने उन्होंने साड़ी बड़ी हौसला अफजाई की है। बल्कि असीं खुश हाँ कि उस फैमिली का उस खान का एक चश्मे चिराग होर साडा संगी बन गया। और कोई जिहड़े साडे दे लोग ने या पब्लिक जिहड़ी ਜਿਹੜੇ ਨੇਜ਼ਾਬਾਜ਼ੀ ਨਹੀਂ ਕਰਦੇ ਕਰ ਹੀ ਨਹੀਂ ਸਕਦੇ ਲੇਕਿਨ ਉਹਨੂੰ ਵੇਖਣ ਦਾ ਸ਼ੌਕ ਹੈ ਉਹਨਾਂ ਵਾਸਤੇ ਤੁਸੀਂ ਘੋੜੇ ਦੇ ਦੌੜਨ ਤੋਂ ਲੈ ਕੇ ਐਂਡ ਤੱਕ
ਕਾਨੂੰਨ ਜਿਹੜਾ ਹੈ, ਘੋੜਾ ਕਿੱਥੋਂ ਦੌੜ ਕਿੱਥੋਂ ਤੱਕ ਜਾਂਦਾ ਹੈ, ਟਾਈਮ ਕਿੰਨਾ ਹੈ, ਯਾਨੀ ਉਹਦੇ ਤੇ ਕੋਈ ਰੋਸ਼ਨੀ ਪਾ ਦਿਓ। ਸਰ ਪਹਿਲੀ ਗੱਲ ਤੇ ਕਿ ਜਿਹੜੇ ਲੋਕ ਸਾਡੇ ਨੇਜ਼ਾਬਾਜ਼ ਨਹੀਂ ਹਨ, ਸਵਾਰ ਨਹੀਂ ਹਨ, ਉਹ ਲੋਕ ਹੀ ਸਾਡੀ ਗੇਮ ਦਾ ਹਿੱਸਾ ਨੇ ਕਿ ਉਹਨਾਂ ਦੀ ਹੌਸਲਾ ਅਫਜ਼ਾਈ, ਉਹਨਾਂ ਦਾ ਸ਼ਾਮ ਤੱਕ ਗਰਾਊਂਡ ਵਿੱਚ ਬਹਿਣਾ, ਕਰਾਊਡ ਭਰਨਾ ਔਰ ਸਾਡੀ ਹੌਸਲਾ ਅਫਜ਼ਾਈ ਕਰਨੀ। ਇਹ ਸਨ ਚੀਜ਼ ਅਵੇਅਰਨੈਸ ਦਿੰਦੀ ਕਿ ਤੁਸੀਂ ਅਗਲਾ ਨੇਜ਼ਾਬਾਜ਼ੀ ਜਾਓ, ਵਰਨਾ ਅਸੀਂ ਇੱਕ ਨੇਜ਼ਾਬਾਜ਼ੀ ਤੇ ਜਿੰਨੀ ਇਨਵੈਸਟਮੈਂਟ ਕਰਨੇ ਆ ਥੱਕ ਕੇ ਆ ਜਾਈਏ ਤੇ ਇਨਫ ਹੈ। ਲੇਕਿਨ ਉਹਨਾਂ ਦੀ ਜਿਹੜੀ ਦਾਤ ਹੈ, ਜਿਹੜੀ ਜਿਸ ਤਰੀਕੇ ਨਾਲ ਸਾਡੇ ਨਾਲ ਪਿਆਰ ਕਰਦੇ ਨੇ, ਜਿਸ ਤਰੀਕੇ ਨਾਲ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ, ਉਹ ਹੀ ਹੌਸਲਾ ਅਫਜ਼ਾਈ ਸਾਨੂੰ ਅਗਲੇ ਗਰਾਊਂਡ ਵਿੱਚ ਲੈ ਜਾਂਦੀ। ਇਹ ਸਾਡਾ ਹਿੱਸਾ ਨੇ, ਉਹ ਸਾਡੇ ਮੋਹਸਨ ਨੇ, ਖੁਦਾ ਉਹਨਾਂ ਤੇ ਖੈਰੀਅਤ ਕਰੇ। ਸਾਡੇ ਕਿਸੇ ਹਮਾਕਤ ਦੀ ਵਜ੍ਹਾ ਤੋਂ ਉਹਨਾਂ ਵਾਸਤੇ ਪ੍ਰੋਬਲਮ ਨਾ ਬਣੇ, ਕੋਈ ਹਾਦਸਾ ਨਾ ਹੋਵੇ। ਉਹ ਲੋਕ ਸਾਡੇ ਮੋਹਸਨ ਨੇ ਔਰ ਜਿੱਥੇ ਤੱਕ ਤੱਕ ਕਿ ਸਾਡਾ ਹੁਣ ਇਸ ਇਲਾਕੇ ਦੇ ਵਿੱਚ ਜਿਹੜੇ ਸਾਡੇ ਤਮਾਸ਼ਾਈ ਨੇ, ਆ ਤੁਸੀਂ ਇੰਟਰਵਿਊ ਵੀ ਲਿਆ ਬਜ਼ੁਰਗਾਂ ਦਾ, ਉਹ ਲੋਕ ਜਿਹੜੇ ਨੇ ਉਹ ਰੂਲ ਤੋਂ ਆਲਮੋਸਟ ਵਾਕਿਫ ਨੇ, ਕਿਉਂਕਿ ਉਹ ਵੇਖ ਕੇ, ਕਿਉਂਕਿ ਜਿਹੜੇ ਸਾਡੇ ਕਮੈਂਟੇਟਰ ਨੇ ਉਹ ਅਨਾਉਂਸਮੈਂਟ ਕਰਦੇ ਨੇ, ਤਮਾਸ਼ਾਈ ਸੁਣਦੇ ਨੇ। ਹੁਣ ਤਾਂ ਅਲਹਮਦੁਲਿਲਾ ਸਾਡੇ ਬਿਲਡ ਦੇ ਜਿਹੜੇ 7-8 ਜ਼ਿਲ੍ਹੇ ਨੇ, ਇੱਥੋਂ ਦੇ ਆਮ ਤਮਾਸ਼ਾਈ ਵੀ ਜੱਜ ਬਣ ਸਕਦੇ ਨੇ। ਜਿੱਥੇ ਬਹਿ ਜਾਣ ਉਹ ਜਾਣਦੇ ਨੇ ਕਿ ਕਾਨੂੰਨੀ ਹਸੀਅਤ ਦੀ ਕੀ ਹੈ, ਸਕਰੈਚ ਹੋ ਸਕਦਾ ਹੈ, ਇਹਦੇ ਨਾਲ ਜ਼ਿਆਦਤੀ ਹੋਈ ਹੈ। ਕਿਉਂਕਿ ਇਹ ਗੇਮ ਇਤਨੀ ਕੁ ਜ਼ਿਆਦਾ ਕਿ ਪੂਰੇ ਦੁਨੀਆ ਦੇ ਉੱਤੇ 23 ਮੁਲਕਾਂ 'ਚ ਮੈਂ ਗਿਆ, ਕਦੋਂ ਇਹ ਸਿਲਸਿਲਾ ਗੇਮ ਨਹੀਂ, ਕਦੋਂ ਇਹ ਕਰੇਜ਼ ਨਹੀਂ ਜਿਹੜਾ ਕਰੇਜ਼ ਪਾਕਿਸਤਾਨ ਦੇ ਵਿੱਚ ਇਸ ਵਕਤ ਦੇ ਵੱਜਦਾ। ਕੋਈ ਪੈਗਾਮ ਤੁਸੀਂ ਦੇਣਾ ਚਾਹੋ? ਸਰ ਮੈਂ ਗੁਜ਼ਾਰਿਸ਼ ਕਰਾਂ ਦਾ ਪੈਗਾਮ ਮੇਰਾ ਇਹੀ ਹੈ ਕਿ ਇਹ ਗੇਮ ਇਹਨੂੰ ਸੁਨਨਤ ਮੁਹੰਮਦੀ ਸਮਝ ਕੇ ਕੀਤਾ ਜਾਵੇ ਔਰ ਇਸ ਗੇਮ ਨੂੰ ਐਜ਼ ਏ ਸਪੋਰਟਸਮੈਨ ਕੀਤਾ ਜਾਵੇ, ਐਕਸਰਸਾਈਜ਼ ਵੀ ਕੀਤਾ ਜਾਵੇ। ਔਰ ਇਸ ਗੇਮ ਦੇ ਵਿੱਚ ਜਿਸ ਵਿੱਚ ਤੁਸੀਂ ਕਰਦੇ ਹੋ ਤਾਂ ਜਿਹੜੇ ਯੰਗਸਟਰ ਨੇ, ਜਿਹੜੇ ਅੱਜ ਕੱਲ੍ਹ ਮੁਖਤਲਿਫ ਵਾਇਲੇਸ਼ਨਾਂ ਵਿੱਚ ਨੇ, ਮੈਂ ਨਾਂ ਨਹੀਂ ਲਵਾਂਦਾ, ਉਹ ਉਹਨਾਂ ਦਾ ਡਰੱਗ ਹੈ, ਉਹਨਾਂ ਦਾ ਕ੍ਰਾਈਮ ਹੈ। ਅਗਰ ਇਹ ਗੇਮਾਂ ਰਹੀਆਂ ਰਹਿਣਗੀਆਂ ਤਾਂ ਉਹ ਯੰਗਸਟਰ ਉਸ ਮਨੇ ਨਾ ਜਾਣਦੇ। ਔਰ ਉਹਦਾ ਸਾਰਾ ਕ੍ਰੈਡਿਟ ਮੈਂ ਪਾਕਿਸਤਾਨ ਮੀਡੀਆ ਔਰ ਬਿਲਖਸੂਸ ਜਨਾਬ ਜ਼ਫਰ ਸਾਹਿਬ ਤੁਹਾਨੂੰ ਦਿੰਦਾ ਕਿ ਤੁਸੀਂ ਜਿਸ ਉਹਨਾਂ ਦਾ ਤੱਕ ਪੈਗਾਮ ਪਹੁੰਚਾਉਂਦੇ ਹੋ, ਫੇਸਬੁੱਕ 'ਤੇ ਸੁਣਦੇ ਨੇ, ਸਾਡੇ ਨਾਲ ਰਾਬਤਾ ਕਰਦੇ ਨੇ। ਔਰ ਕਿਤਨੇ ਹਜ਼ਾਰ ਦੋਸਤ ਨੇ ਜਿਨ੍ਹਾਂ ਤੁਹਾਡਾ ਇੰਟਰਵਿਊ ਤੁਹਾਡੇ ਕੋਲ ਸੁਣ ਕੇ ਸਾਡੇ ਨੰਬਰ ਟਰੇਸ ਕਰਕੇ ਘੋੜਿਆਂ ਦਾ ਅਫਸੋਸ ਵੀ ਕੀਤਾ ਹੈ ਔਰ ਹਵਾਲਾ ਨੂੰ ਦਿੱਤਾ ਹੈ ਕਿ ਅਸਾਂ ਜਨਾਬ ਉਸ ਪ੍ਰੋਗਰਾਮ 'ਚੋਂ ਤੁਹਾਡਾ ਇੰਟਰਵਿਊ ਸੁਣਿਆ ਜੀ AZ ਤੋਂ। ਔਰ ਦੂਸਰਾ ਉਹ ਲੋਕ ਜਿਹੜੇ ਨੇ ਉਹ ਸਾਡੀ ਨੇਜ਼ਾਬਾਜ਼ੀ ਦਾ ਹਿੱਸਾ ਦਿਨ ਬ ਦਿਨ ਬੰਦੇ, ਜਿਹੜੀ ਤਾਦਾਦ ਸਾਡੀ ਜ਼ਿਆਦਾ ਹੁੰਦੀ ਪਈ ਹੈ, ਉਹ ਹੀ ਲੋਕ ਨੇ ਆਉਂਦੇ ਪਏ ਨੇ। ਔਰ ਅਲਹਮਦੁਲਿਲਾ ਅਸੀਂ ਇਹਨੂੰ ਸਦਕਾ ਜਾਰੀਆ ਵੀ ਸਮਝਦੇ ਹਾਂ, ਸਵਾਬ ਵੀ ਸਮਝਦੇ ਹਾਂ। ਔਰ ਅਲਹਮਦੁਲਿਲਾ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਹਾਂ ਕਿ ਮੇਰੇ ਮਾਲਕ ਸਾਨੂੰ ਅਗਰ ਤੂੰ ਲਿਆਂਦਾ ਦੁਨੀਆ ਤੇ ਸਾਡੇ ਕੋਲ ਕੋਈ ਖੂਬਸੂਰਤ ਕੰਮ ਕਰਾਇਆ। ਆਖਰੀ ਸਵਾਲ ਹੈ ਜੀ ਕਿ ਕਿਸ ਹੱਦ ਤੱਕ ਗੌਰਮੈਂਟ ਤੁਹਾਨੂੰ ਸਪੋਰਟ ਕਰ ਰਹੀ ਹੈ ਔਰ ਕਿਸ ਚੀਜ਼ ਦੀ ਤੁਹਾਨੂੰ ਮਜ਼ੀਦ ਜ਼ਰੂਰਤ ਹੈ, ਇਹਨੂੰ ਬਾਕਾਇਦਾ ਇੱਕ ਕੌਮੀ ਖੇਲ ਜਿਹੜਾ ਉਹ ਕਰਾਰ ਦਿੱਤਾ ਜਾਏ? ਜਿੱਥੋਂ ਤੱਕ ਤੱਲਾ ਕਿ ਇਸ ਗੇਮ ਦਾ ਆਲਰੇਡੀ ਸਾਡੀ ਨੈਸ਼ਨਲ ਟੀਮਾਂ ਹਨ ਔਰ ਸਾਡੀਆਂ 3 ਟੀਮਾਂ ਨੇ। ਟੀਮਾਂ ਨਹੀਂ, ਆਲਰੇਡੀ ਇਸ ਗੇਮ ਨੂੰ ਕੌਮੀ ਖੇਲ ਕਰਾਰ ਦਿੱਤਾ ਗਿਆ ਜੀ। ਸਾਡੀਆਂ ਟੀਮਾਂ ਬਾਹਰ ਜਾਂਦੀਆਂ ਪਈਆਂ ਨੇ ਔਰ ਦੌੜਦੀਆਂ ਪਈਆਂ ਨੇ। ਸਿਰਫ ਸਾਡੀ ਟੀਮ ਜਿਹੜੀ ਨੇਜ਼ਾਬਾਜ਼ੀ ਐਂਡ ਪ੍ਰੋਬਲਮ ਹੈ ਓਲੰਪਿਕ ਵਿੱਚ ਨੇ, ਕਿਉਂਕਿ ਹਰ ਬਰੇ ਆਜ਼ਮ ਦੀਆਂ ਮਿਨੀਮਮ 3 ਟੀਮਾਂ ਹੋਣ ਤੇ ਤਾਂ 1-2 ਬਰੇ ਆਜ਼ਮ ਜਿੱਥੇ ਟੀਮਾਂ ਨਹੀਂ ਹਨ, ਥੋੜ੍ਹੀਆਂ, ਜਿਸ ਤੋਂ ਓਲੰਪਿਕ ਦਾ ਹਿੱਸਾ ਨਹੀਂ ਬਣੇ। ਇਸ ਤੋਂ ਇਲਾਵਾ ਜਿਤਨੀ ਵੀ ਇਹ ਸਾਡੀ ਗੇਮ ਹੈ, ਅਗਰ ਗੌਰਮੈਂਟ ਸਾਡੀ ਸਰਪ੍ਰਸਤੀ ਕਰਦੀ ਹੈ ਤੇ ਇਹ ਕੌਮੀ ਗੇਮ ਬਣ ਸਕਦੀ ਹੈ ਔਰ ਇਹਦੇ ਵਿੱਚ ਜਿਵੇਂ ਕ੍ਰਿਕਟ ਨੂੰ ਸਪੋਰਟ ਮਿਲਦੀ ਹੈ ਇਸ ਤਰ੍ਹਾਂ ਇਹਨੂੰ ਸਪੋਰਟ ਮਿਲ ਜਾਂਦੀ ਹੈ। ਲੱਗੇ ਰਹੋ। ਅੱਛੀ ਗੁਫ਼ਤਗੂ ਹੋਈ ਹੈ ਜਨਾਬ ਸਿਰਫ ਯਾਦ ਗੋਂਦਲ ਸਾਹਿਬ ਨਾਲ, ਤੇ ਬੜੀਆਂ ਅੱਛੀਆਂ ਨਾ ਗੱਲਾਂ ਕੀਤੀਆਂ ਨੇ। ਤੇ ਇੱਕ ਚੀਜ਼ ਜਿਹੜੀ ਕਮੀ ਸੀ ਕਿ ਗੌਰਮੈਂਟ ਵੱਲੋਂ ਜਿਹੜਾ ਹੈ ਉਹ ਸਪੋਰਟ ਨਹੀਂ ਮਿਲਦੀ, ਅਕਸਰ ਕਿਹਾ ਜਾਂਦਾ, ਲੇਕਿਨ ਅੱਜ ਉਹਨਾਂ ਕੋਲ ਇਹ ਗੱਲ ਵਾਜ਼ਿਆ ਹੋ ਗਈ, ਗੌਰਮੈਂਟ ਜਿਹੜੀ ਹੈ ਬਤਦਰੀਜ ਇਸ ਪਾਸੇ ਜਾ ਰਹੀ ਹੈ। ਤੇ ਇਹ ਮੈਂ ਸਮਝਣਾ ਕਿ ਮੈਂ ਨਹੀਂ ਮੰਨਦਾ ਕਿ ਗੌਰਮੈਂਟ ਨੂੰ ਸਹੀ ਸਪੋਰਟ ਕਰ ਰਹੀ। ਸਰ ਸਾਡੇ ਦੇ ਪਿਛਲੇ ਕਈ ਸਾਲਾਂ ਤੋਂ ਸਾਡੀ ਕਮੇਟੀਆਂ ਅੱਲਾਹ ਪਾਕ ਜਨਰਲ ਸਿੰਘ ਭੁੱਟੋ ਸਾਹਿਬ ਜਿਸ ਦੁਨੀਆ ਤੇ ਹੈ ਆਪਣੇ ਬਰਸੇਦਾਰ ਹਨ, ਸਭ ਦਾ ਨੁਕਸਾਨ ਸਾਡਾ ਕੀਤਾ। ਉਹ ਬਹੁਤ ਵੱਡੇ ਲੀਡਰ ਹਨ, ਮੈਂ ਮੰਨਣਾ, ਲੇਕਿਨ ਨੇਜ਼ਾਬਾਜ਼ੀ ਦਾ ਨੁਕਸਾਨ ਉਹਨਾਂ ਸਾਡੇ ਇਲਾਕੇ 'ਚੋਂ ਜਿਸ ਨੇ 12 ਸਾਰੇ ਖਤਮ ਕਰ ਰਹੇ। ਇਹ ਤੁਸੀਂ ਇੱਕ ਜਗੀਰਦਾਰ ਹੋਣ ਦੇ ਵਾਲੇ ਨਾਲ ਤਨਕੀਦ ਕਰਦੇ ਭੁੱਟੋ ਸਾਹਿਬ ਤੇ ਜਾਂ ਵਾਕਈ ਉਹਨਾਂ ਨੇ ਕੀਤਾ? ਜੀ ਜਗੀਰਦਾਰ ਹੋਵਾਂ ਤਾਂ ਮੈਂ ਛੋਟਾ ਜਗੀਰਦਾਰ ਜ਼ਰੂਰ ਹੈ, ਲੇਕਿਨ ਮੇਰੇ ਕੁਲੀਗ ਨੇ, ਮੈਂ ਉਹਨਾਂ ਦੇ ਹੱਕ 'ਚ ਬੋਲਣਾ ਚਾਹੀਦਾ। ਮੈਂ ਉਹਨਾਂ ਲੀਡਰ ਮੰਨਣਾ, ਮੈਂ ehਤਰਾਮ ਕਰਨਾ, ਉਹਨਾਂ ਦੇ ਜਾਣ ਦਾ ਵੀ ਅਫਸੋਸ ਹੈ। ਲੇਕਿਨ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਉਸ ਵੇਲੇ ਹੋਇਆ ਜਿਸ ਭੁੱਟੋ ਸਾਹਿਬ ਬਰਸੇਦਾਰ ਹਨ। ਉਹਨਾਂ ਪਹਿਲਾ ਕੰਮ ਇਹ ਕੀਤਾ ਸੀ, ਜਸ਼ਨ-ਏ-12 ਹਾਰਸ ਐਂਡ ਕੈਟਲ ਸ਼ੋਅ ਕੈਂਸਲ ਹੋ ਗਏ। 6 ਸਾਲ 7 ਸਾਲ ਨਾ ਲੱਗੇ, ਸਾਡੇ ਜਿतने ਜ਼ਿਮੀਂਦਾਰਾਂ ਨੂੰ ਘੋੜੇ ਸੇਲ ਕਰ ਰਹੇ, ਘੋੜੇ ਇੰਡੀਆ ਚਲੇ ਗਏ। ਫਿਰ ਜਿਸ ਅਗਲਾ ਸਦਰ ਸਾਹਿਬ ਹੈ ਜ਼ਿਆ ਸਾਹਿਬ, ਉਹ ਜਿਸ ਤਰੀਕੇ ਨਾਲ ਹੈ ਉਹ ਉਸ ਤੋਂ ਮੈਂ ਨਹੀਂ ਜਾਵਾਂਦਾ, ਲੇਕਿਨ ਉਹਨਾਂ ਸਾਡੇ ਤੇ ਇੱਕ ਮਿਹਰਬਾਨੀ ਕੀਤੀ ਕਿ ਉਹਨਾਂ ਜਸ਼ਨ-ਏ-12 ਸਾਰੇ ਬਹਾਲ ਕੀਤੇ, ਦੁਬਾਰਾ ਨੇਜ਼ਾਬਾਜ਼ੀ ਸ਼ੁਰੂ ਹੋ ਗਈ। ਵਾਕਈ ਗਰਾਊਂਡਾਂ 'ਚ ਰੌਣਕਾਂ ਲੱਸੋ ਜੀ ਉਦੋਂ ਮੁਤਾਰਫ ਹੋਏ ਸੀ ਕਿ ਚਕਵਾਲ ਮੇਲਾ ਲੱਗਦਾ ਜਾਂ ਮੇਲੇ ਮਵੇਸ਼ੀਆਂ ਲੱਗਦੇ ਨੇ, ਲਾਹੌਰ ਲੱਗਦਾ, ਹਾਰਸ ਐਂਡ ਕੈਟਲ ਸ਼ੋਅ। ਤੇ ਤੁਸੀਂ
ਕੀ ਸਮਝਦੇ ਹੋ ਕਿ ਇਹ ਗਵਰਨਮੈਂਟ ਜਿਹੜੀ ਹੈ ਕੋਈ ਕਰ ਰਹੀ ਹੈ ਤੁਹਾਡੇ ਵਾਸਤੇ? ਉਸ ਤੋਂ ਬਾਅਦ ਜਨਾਬ ਸਾਡਾ ਮੁਲਕ ਚੁੱਕੇ ਖਾਨਾ ਜੰਗੀ ਦੀ ਉਹ ਦਹਿਸ਼ਤਗਰਦੀ ਜ਼ਾਦੇ ਚ ਆ ਗਿਆ, ਸਾਡੇ ਮੇਲੇ ਖਤਮ ਹੋ ਗਏ। ਇਹ ਹੁਣ ਜਿਹੜਾ ਦੌਰ ਆਇਆ ਉਹਦੇ 'ਚ ਕੁਛ ਸੇਫਟੀ ਵੀ ਬਣ ਗਈ ਹੈ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੇ, ਮੈਂ ਉਹਨਾਂ ਇੱਕ ਮਿਨਿਸਟਰ ਸਨ ਦਿੱਤੇ ਨੇ, ਬਲਕਿ ਇੱਕ ਅਲੀ ਮੀਨ ਗੰਡਾਪੁਰ ਦੇ ਨੇ ਸਾਡੇ, ਉਹ ਸਾਬਕਾ ਨਿਜ਼ਾਬਾਜ਼ ਵੀ ਰਹੇ ਸਾਡੇ ਨਾਲ। ਉਹਨਾਂ ਨੇ ਸਾਰਿਆਂ ਜ਼ਿਲ੍ਹਿਆਂ ਵਿੱਚ ਕਮੇਟੀ ਬਣਾਈ ਹੈ। ਇਸ ਵਕਤ ਪਹਿਲਾ ਕਦਮ ਚੁੱਕਿਆ ਹੈ ਕਿ ਆਲ ਪਾਕਿਸਤਾਨ ਦੇ ਵਿੱਚ ਇੱਕ ਕਮੇਟੀ ਬਣੀ ਹੈ, ਹਰ ਜ਼ਿਲ੍ਹੇ 'ਚੋਂ 1-2 ਬੰਦੇ ਚੁਣੇ ਗਏ ਨੇ ਔਰ ਉਹਦੀ ਕਮੇਟੀ ਬਣੀ ਹੈ, ਉਹ ਜਿਹੜੀ ਨਿਜ਼ਾਬਾਜ਼ ਦੀ ਨਿਗਰਾਨੀ ਕਰੇਗੀ। ਇਹ ਕਦਮ ਅੱਜ ਤੱਕ ਇਸ ਤੋਂ ਪਹਿਲੇ ਕਿਸੇ ਗਵਰਨਮੈਂਟ ਨਹੀਂ ਕੀਤਾ। ਇਹ ਕਦੋਂ ਹੋਇਆ ਜੀ? ਇਹਨੂੰ 1 ਸਾਲ ਪਹਿਲੇ ਦੀ ਗੱਲ ਹੈ ਕਿ ਇੱਕ ਕਮੇਟੀਆਂ ਬਣੀਆਂ ਨੇ ਅਲੀ ਅਮੀਨ ਗੰਡਾਪੁਰ ਦੇ। ਲੇਕਿਨ ਉਸ ਕਮੇਟੀ ਦਾ ਇਹ ਇਜਲਾਸ ਨਹੀਂ ਹੋਇਆ। ਨਹੀਂ, ਉਹਨਾਂ ਦਾ ਇਜਲਾਸ ਹੋਇਆ। ਕਦੋਂ ਹੋਇਆ? ਉਸ ਇਜਲਾਸ ਦੇ ਹੀ ਫਾਇਦਾ ਮਿਲਿਆ ਕਿ ਤੁਹਾਡੀ ਜਸ਼ਨ 12 ਸਾਰੀਆਂ ਓਪਨ ਹੋ ਗਈਆਂ ਨੇ, ਜਿਹੜੀ ਇੱਕ ਆਗਾਮੀ ਵਜ੍ਹਾ ਤੋਂ। ਨਹੀਂ, ਉਸ ਕਮੇਟੀ ਦੇ ਕਿਤਨੇ ਇਜਲਾਸ ਹੋਏ ਨੇ? ਉਸ ਤੋਂ ਮੈਂ ਚੁੱਕੇ ਇੱਥੇ ਮੌਜੂਦ ਨਾਸ, ਮੈਂ ਕੈਨੇਡਾ ਉਹਦਾ ਇਜਲਾਸ ਇੱਕ ਲਾਹੌਰ ਹੋਇਆ, ਇੱਕ ਮੇਰਾ ਕੋਈ ਇਜਲਾਸ ਇਸਲਾਮਾਬਾਦ ਹੋਇਆ ਔਰ ਉਹ ਕਮੇਟੀ ਕੰਮ ਕਰ ਰਹੀ ਸਾਡੀ। ਉਹਦੀ ਕਮੇਟੀ ਦੀ ਵਜ੍ਹਾ ਤੋਂ ਸਾਡੀਆਂ ਸਾਰੀਆਂ ਮੰਡੀਆਂ ਬਹਾਲ ਹੋ ਗਈਆਂ। ਮਤਲਬ ਇੱਕ ਸਪੋਰਟਸਮੈਨ ਦੀ ਗਵਰਨਮੈਂਟ ਤੋਂ ਬਾਅਦ ਤੁਹਾਨੂੰ ਇਹ ਯਕੀਨ ਹੈ ਕਿ ਇਨਸ਼ਾਅੱਲਾ ਤਾਲਾ ਇਹ ਗੇਮ ਜਿਹੜੀ ਹੈ ਤਵੱਜੋ ਹੋਵੇਗੀ ਔਰ ਇੰਪਰੂਵ ਵੀ ਹੋਵੇਗੀ ਔਰ ਇਹਦੇ ਵਿੱਚ ਕਾਫੀ ਸਾਰੇ ਤਬਦੀਲੀਆਂ ਆਉਣੀਆਂ ਦੇ ਵਾਸਤੇ ਜੀ? ਜੀ ਇਸ ਵਕਤ ਅਲਹਮਦੁਲਿਲਾ ਸਾਡੀ ਪੂਰਾ ਪਾਕਿਸਤਾਨ ਜਿਹੜਾ ਹਰ ਡਿਸਟ੍ਰਿਕਟ ਦੂਜੇ ਨਾਲ ਰਾਬਤੇ ਵਿੱਚ ਔਰ ਸਾਡੀਆਂ ਆਪੇ ਵਿੱਚ ਰਾਬਤੇ ਹਨ ਔਰ ਸਾਡੀਆਂ ਮੀਟਿੰਗਾਂ ਜਾਰੀ ਨੇ ਔਰ ਨਿਜ਼ਾਬਾਜ਼ੀ ਤੇ ਭਰਪੂਰ ਫੋਕਸ ਕੀਤਾ ਜਾ ਰਿਹਾ ਹੈ। ਜੀ ਬਹੁਤ ਸ਼ੁਕਰੀਆ ਜਨਾਬ। ਮਾਈ ਪਲੇਜ਼ਰ।